Hello students, I am Gurshan Singh Brad and today we are going to start second part of your third chapter, The First Flight. The name of this part is The Black Aeroplane. Let's start. जो ਨਰੇਟਰ ਹੈ ਇਸ ਸਟੋਰੀ ਦਾ ਉਹ ਕੀ ਹੈ, ਇੱਕ ਐਰੋਪਲੇਨ ਨੂੰ ਉਡਾ ਰਿਹਾ ਸੀ ਤੇ ਉਸ ਨੂੰ ਇੱਕ ਤੂਫਾਨ ਵਾਲੇ ਬੱਦਲਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਹੈ ਉਸ ਨਾਲ ਇਹ ਅੱਗੇ ਆਪਾਂ ਚਲੋ ਸਟੋਰੀ ਵਿੱਚ ਹੀ ਪੜ੍ਹਦੇ ਹਾਂ। ਦ ਮੂਨ ਵਾਜ਼ ਕਮਿੰਗ ਅਪ ਇਨ ਦ ਈਸਟ, ਜੋ ਚੰਦਰਮਾ ਸੀ ਉਹ ਉੱਪਰ ਵੱਲ ਨੂੰ ਆ ਰਿਹਾ ਸੀ ਈਸਟ ਵਿੱਚ, ਬਿਹਾਈਂਡ ਮੀ ਮੇਰੇ ਬਿਲਕੁਲ ਪਿੱਛੇ। ਦ ਸਟਾਰਸ ਵਰ ਸ਼ਾਈਨਿੰਗ ਇਨ ਦ ਕਲੀਅਰ ਸਕਾਈ, ਜੋ ਤਾਰੇ ਸਨ ਉਹ ਕੀ ਹੈ, ਚਮਕ ਰਹੇ ਸੀ ਸਾਫ਼ ਆਕਾਸ਼ ਵਿੱਚ। ਅਬਵ ਮੀ ਮੇਰੇ ਬਿਲਕੁਲ ਉੱਪਰ। ਦੇਅਰ ਵਾਜ਼ ਨਾਟ ਅ ਕਲਾਉਡ ਇਨ ਦ ਸਕਾਈ, ਆਕਾਸ਼ ਵਿੱਚ ਕੋਈ ਵੀ ਬੱਦਲ ਨਹੀਂ ਸੀ। ਆਈ ਵਾਜ਼ ਹੈਪੀ ਟੂ ਬੀ ਅਲੋਨ ਹਾਈ ਅਪ ਅਬਵ ਦ ਸਲੀਪਿੰਗ ਕੰਟਰੀ ਸਾਈਡ, ਅਤੇ ਮੈਂ ਖੁਸ਼ ਸੀ ਇਹ ਦੇਖ ਕੇ ਕਿ ਮੈਂ ਉੱਪਰ ਇੱਕ ਪੇਂਡੂ ਏਰੀਏ ਦੇ ਉੱਪਰ, ਸੌਂ ਰਹੇ ਪੇਂਡੂ ਏਰੀਏ ਦੇ ਉੱਪਰ ਉੱਡ ਰਿਹਾ ਸੀ। ਆਈ ਵਾਜ਼ ਫਲਾਈਂਗ ਮਾਈ ਓਲਡ ਡੈਕੋਟਾ ਐਰੋਪਲੇਨ, ਮੈਂ ਆਪਣਾ ਪੁਰਾਣਾ ਡੈਕੋਟਾ ਐਰੋਪਲੇਨ ਉਡਾ ਰਿਹਾ ਸੀ। ਜੋ ਨਰੇਟਰ ਹੈ ਨਾ ਉਸਦੇ ਐਰੋਪਲੇਨ ਦਾ ਨਾਮ ਕੀ ਸੀ, ਡੈਕੋਟਾ। ਓਵਰ ਫਰਾਂਸ ਬੈਕ ਟੂ ਇੰਗਲੈਂਡ, ਫਰਾਂਸ ਦੇ ਉੱਪਰ ਮੈਂ ਉਡਾ ਰਿਹਾ ਸੀ ਆਪਣਾ ਡੈਕੋਟਾ ਤੇ ਅਤੇ ਮੈਂ ਕਿੱਧਰ ਨੂੰ ਜਾ ਰਿਹਾ ਸੀ, ਇੰਗਲੈਂਡ ਵੱਲ ਜਾ ਰਿਹਾ ਸੀ। I was dreaming of my holiday and looking forward to being with my family, ਮੈਂ ਆਪਣੀ ਛੁੱਟੀ ਦੇ ਸੁਪਨੇ ਲੈ ਰਿਹਾ ਸੀ ਅਤੇ ਇੰਤਜ਼ਾਰ ਕਰ ਰਿਹਾ ਸੀ ਕਿ ਮੈਂ ਆਪਣੀ ਪਰਿਵਾਰ ਦੇ ਵਿੱਚ ਚਲਾ ਜਾਵਾਂ। I looked at my watch, ਮੈਂ ਆਪਣੀ ਵਾਚ ਵੱਲ ਵੇਖਿਆ। 1:30 in the morning, ਸਵੇਰ ਦੇ 1:30 ਵਜੇ ਸਨ। I should call Paris control soon, I thought, ਮੈਨੂੰ ਜਲਦੀ ਹੀ ਪੈਰਿਸ ਕੰਟਰੋਲ ਨੂੰ ਫੋਨ ਕਰਨਾ ਚਾਹੀਦਾ ਹੈ, ਮੈਂ ਸੋਚਿਆ। As I looked down past the nose of the aeroplane, ਜਿਉਂ ਹੀ ਮੈਂ ਐਰੋਪਲੇਨ ਦੇ ਨੋਜ਼ ਵੱਲ ਵੇਖਿਆ। ਐਰੋਪਲੇਨ ਦਾ ਨੋਜ਼ ਜੋ ਕੀ ਹੈ, ਅਗਲਾ ਹਿੱਸਾ ਹੁੰਦਾ ਨਾ, ਮੂਹਰਲਾ ਹਿੱਸਾ ਹੁੰਦਾ ਐਰੋਪਲੇਨ ਦਾ, ਉਸ ਬਾਰੇ ਨਰੇਟਰ ਗੱਲ ਕਰ ਰਿਹਾ ਹੈ। I saw the lights of a big city in front of me, ਮੈਂ ਵੱਡੇ ਸ਼ਹਿਰ ਦੀਆਂ ਲਾਈਟਾਂ ਵੇਖੀਆਂ ਆਪਣੇ ਸਾਹਮਣੇ। I switched on the radio and said, ਮੈਂ ਰੇਡੀਓ ਨੂੰ ਸਵਿਚ ਔਨ ਕੀਤਾ ਅਤੇ ਕਿਹਾ, ਪੈਰਿਸ ਕੰਟਰੋਲ ਡੈਕੋਟਾ DS-088 ਹੇਅਰ। ਪੈਰਿਸ ਕੰਟਰੋਲ, ਇੱਥੇ ਡੈਕੋਟਾ DS ਆਪਣੇ ਐਰੋਪਲੇਨ ਦਾ ਨਾਮ ਲਿਆ ਉਸਨੇ, ਕਿਉਂਕਿ ਉਹਨਾਂ ਨਾਲ ਪੈਰਿਸ ਕੰਟਰੋਲ ਬੋਰਡ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਨਰੇਟਰ। ਕੈਨ ਯੂ ਹੀਅਰ ਮੀ, ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਆਈ ਐਮ ਔਨ ਮਾਈ ਵੇ ਟੂ ਇੰਗਲੈਂਡ, ਓਵਰ, ਮੈਂ ਇੰਗਲੈਂਡ ਵਾਪਸ ਜਾ ਰਿਹਾ ਹਾਂ ਅਤੇ ਮੈਂ ਰਸਤੇ ਉੱਤੇ ਹਾਂ। ਓਵਰ। The voice from the radio answered me immediately, ਰੇਡੀਓ ਤੋਂ ਮੈਨੂੰ ਆਨਸਰ ਆਇਆ, ਤੁਰੰਤ ਆਨਸਰ ਆਇਆ। DS-088, I can hear you, DS-088, ਮੈਂ ਤੁਹਾਨੂੰ ਸੁਣ ਸਕਦਾ ਹਾਂ। You ought to turn 12 degree west now, ਤੁਹਾਨੂੰ ਹੁਣ 12 ਡਿਗਰੀ ਵੈਸਟ ਵੱਲ ਮੁੜਨਾ ਚਾਹੀਦਾ ਹੈ। DS-088, over. I checked the map and the compass, ਮੈਂ ਮੈਪ ਨੂੰ ਚੈੱਕ ਕੀਤਾ ਅਤੇ ਕੰਪਸ ਨੂੰ ਚੈੱਕ ਕੀਤਾ। Switched over to my second and last fuel tank, ਆਪਣਾ ਜੋ ਸੈਕੰਡ ਅਤੇ ਲਾਸਟ ਫਿਊਲ ਟੈਂਕ ਸੀ ਉਸ ਨੂੰ ਮੈਂ ਸਵਿਚ ਔਨ ਕਰ ਦਿੱਤਾ। and turn the Dakota 12 degree west toward England, ਅਤੇ ਆਪਣੇ ਡੈਕੋਟਾ ਨੂੰ 12 ਡਿਗਰੀ ਵੈਸਟ ਇੰਗਲੈਂਡ ਦੇ ਵੱਲ ਮੋੜਿਆ। I will be in time for breakfast, ਮੈਂ ਉੱਥੇ ਪਹੁੰਚ ਹੀ ਜਾਵਾਂਗਾ ਬ੍ਰੈਕਫਾਸਟ ਦੇ ਸਮੇਂ। I thought, ਮੈਂ ਸੋਚਿਆ। a good big England breakfast, ਇੱਕ ਬਹੁਤ ਹੀ ਵਧੀਆ ਚੰਗਾ ਇੰਗਲੈਂਡ ਵਾਲਾ ਬ੍ਰੈਕਫਾਸਟ। Everything was going well, ਹਰ ਇੱਕ ਚੀਜ਼ ਵਧੀਆ ਚੱਲ ਰਹੀ ਸੀ। It was an easy flight, ਇਹ ਇੱਕ ਬੜੀ ਹੀ ਆਸਾਨ ਫਲਾਈਟ ਸੀ। Paris was about 150 ਕਿਲੋਮੀਟਰ behind me, ਅਤੇ ਪੈਰਿਸ 150 ਕਿਲੋਮੀਟਰ ਮੇਰੇ ਪਿੱਛੇ ਰਹਿ ਗਿਆ ਸੀ। When I saw the cloud, ਜਦੋਂ ਮੈਂ ਬੱਦਲ ਵੇਖੇ। Storm clouds, ਤੂਫਾਨ ਵਾਲੇ ਬੱਦਲ। They were huge, ਉਹ ਬਹੁਤ ਵੱਡੇ ਸਨ। They looked like black mountains, ਉਹ ਵੱਡੇ ਵੱਡੇ ਕਾਲੇ ਮਾਊਂਟੇਨਸ ਦੀ ਤਰ੍ਹਾਂ, ਪਹਾੜਾਂ ਦੀ ਤਰ੍ਹਾਂ ਲੱਗ ਰਹੇ ਸਨ। Standing in front of me, ਬਿਲਕੁਲ ਮੇਰੇ ਸਾਹਮਣੇ ਸਨ। Across the sky, ਆਕਾਸ਼ ਵਿੱਚ। I knew I could not fly up and over them, ਮੈਂ ਜਾਣਦਾ ਸੀ ਕਿ ਮੈਂ ਇਹਨਾਂ ਦੇ ਉੱਪਰ ਦੀ ਨਹੀਂ ਉੱਡ ਸਕਾਂਗਾ ਅਤੇ ਇਹਨਾਂ ਨੂੰ ਕ੍ਰਾਸ ਨਹੀਂ ਕਰ ਸਕਾਂਗਾ। And I did not have enough fuel
ਅਤੇ ਮੇਰੇ ਕੋਲ ਜ਼ਰੂਰਤ ਅਨੁਸਾਰ ਫਿਊਲ ਵੀ ਨਹੀਂ ਸੀ, ਈਂਧਨ ਵੀ ਨਹੀਂ ਸੀ ਟੂ ਫਲਾਈ ਅਰਾਊਂਡ them, ਇਹਨਾਂ ਦੇ ਅਰਾਊਂਡ ਉੱਡ ਕੇ ਜਾਣ ਦੇ ਲਈ, ਟੂ ਦਾ ਨਾਰਥ ਔਰ ਸਾਊਥ, ਨਾਰਥ ਦਿਸ਼ਾ ਵੱਲ ਜਾਂ ਸਾਊਥ ਦਿਸ਼ਾ ਵੱਲ, ਇਹਨਾਂ ਦੇ ਇੱਕ ਸਾਈਡ ਉੱਤੋਂ ਉੱਡ ਕੇ ਜਾਣ ਦੇ ਲਈ ਵੀ ਮੇਰੇ ਕੋਲ ਜ਼ਰੂਰਤ ਦੇ ਅਨੁਸਾਰ ਫਿਊਲ ਨਹੀਂ ਸੀ। I ought to go back to Paris, I thought, ਮੈਂ ਸੋਚਿਆ ਕਿ ਮੈਨੂੰ ਵਾਪਸ ਪੈਰਿਸ ਚਲੇ ਜਾਣਾ ਚਾਹੀਦਾ ਹੈ। But I wanted to get home, ਪਰ ਮੈਂ ਘਰ ਜਾਣਾ ਚਾਹੁੰਦਾ ਸੀ। I wanted that breakfast, ਅਤੇ ਮੈਂ ਉਹ ਬ੍ਰੈਕਫਾਸਟ ਖਾਣਾ ਚਾਹੁੰਦਾ ਸੀ। I will take the risk, I thought, ਮੈਂ ਰਿਸਕ ਲਵਾਂਗਾ, ਮੈਂ ਸੋਚਿਆ। And flew that old Dakota straight into the storm, ਅਤੇ ਉਡਾ ਲਿਆ ਆਪਣੇ old Dakota ਨੂੰ ਸਿੱਧਾ ਉਸ storm ਦੇ ਵਿੱਚੋਂ। Inside the clouds everything was suddenly black, ਬੱਦਲਾਂ ਦੇ ਵਿੱਚ ਹਰ ਇੱਕ ਚੀਜ਼ ਅਚਾਨਕ ਬਲੈਕ ਹੋ ਗਈ। It was impossible to see anything outside the aeroplane, ਇਹ ਅਸੰਭਵ ਸੀ ਕੁਝ ਵੀ ਦੇਖਣਾ ਐਰੋਪਲੇਨ ਦੇ ਬਾਹਰ। The old aeroplane jumped and twisted, ਇਹ ਜੋ ਪੁਰਾਣਾ ਐਰੋਪਲੇਨ ਸੀ ਜੰਪ ਲਗਾਉਣ ਲੱਗਿਆ, twisted ਗੋਤੇ ਲਗਾਉਣ ਲੱਗਿਆ in the air, ਹਵਾ ਵਿੱਚ। I looked at the compass, ਮੈਂ ਕੰਪਸ ਦੇ ਵੱਲ ਦੇਖਿਆ। I could not believe, ਮੈਂ ਵਿਸ਼ਵਾਸ ਹੀ ਨਹੀਂ ਕਰ ਸਕਦਾ ਸੀ। My eyes, ਮੇਰੀਆਂ ਅੱਖਾਂ ਉੱਪਰ। The compass was turning round and round, ਜੋ ਕੰਪਸ ਸੀ ਉਹ ਗੋਲ-ਗੋਲ ਘੁੰਮ ਰਹੀ ਸੀ। It was dead, ਇਹ ਡੈਡ ਹੋ ਚੁੱਕੀ ਸੀ। It would not work, ਇਹ ਕੰਮ ਨਹੀਂ ਕਰੇਗੀ। The other instruments were suddenly dead too, ਦੂਸਰੇ ਇੰਸਟਰੂਮੈਂਟ ਵੀ ਅਚਾਨਕ ਕੀ ਹੋ ਗਏ, ਡੈਡ ਹੋ ਗਏ। I tried the radio, ਮੈਂ ਰੇਡੀਓ ਵੀ ਟਰਾਈ ਕੀਤਾ। Paris control, can you hear me, ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? There was no answer, ਕੋਈ ਵੀ ਉੱਤਰ ਨਹੀਂ ਮਿਲਿਆ। The radio was dead too, ਰੇਡੀਓ ਵੀ ਡੈਡ ਸੀ। I had no radio, no compass, ਮੇਰੇ ਕੋਲ ਨਾ ਰੇਡੀਓ ਸੀ ਨਾ ਕੰਪਸ ਸੀ। And I could not see where I was, ਅਤੇ ਮੈਂ ਇਹ ਵੀ ਨਹੀਂ ਦੇਖ ਸਕਦਾ ਸੀ ਕਿ ਮੈਂ ਕਿੱਥੇ ਸੀ। I was lost in the storm, ਮੈਂ ਤੂਫਾਨ ਵਿੱਚ ਗਵਾਚ ਚੁੱਕਾ ਸੀ। Then in the black clouds quite near me, ਫਿਰ black clouds ਜੋ ਕਿ ਮੇਰੇ ਬਹੁਤ ਹੀ ਨੇੜੇ ਸਨ। I saw another aeroplane, ਉਹਨਾਂ ਬੱਦਲਾਂ ਦੇ ਵਿੱਚ ਮੈਂ ਇੱਕ ਹੋਰ ਐਰੋਪਲੇਨ ਦੇਖਿਆ। It had no lights on its wings, ਇਸ ਉੱਪਰ ਇਸ ਦੇ ਵਿੰਗਸ ਦੇ ਉੱਪਰ ਕੋਈ ਵੀ ਲਾਈਟ ਨਹੀਂ ਸਨ। But I could see it flying next to me through the storm, ਪਰ ਮੈਂ ਉਸ ਨੂੰ ਦੇਖ ਸਕਦਾ ਸੀ ਮੇਰੇ ਬਿਲਕੁਲ ਕੋਲ ਸਟਾਰਮ ਦੇ ਵਿੱਚ। I could see the pilot's face, ਮੈਂ ਪਾਇਲਟ ਦਾ ਫੇਸ ਵੀ ਦੇਖ ਸਕਦਾ ਸੀ। Turn towards me, ਮੇਰੇ ਵੱਲ ਮੁੜਿਆ। I was very glad to see another person, ਮੈਂ ਇੱਕ ਹੋਰ ਆਦਮੀ ਨੂੰ ਦੇਖ ਕੇ ਬਹੁਤ ਖੁਸ਼ ਹੋ ਗਿਆ। He lifted one hand and waved, ਉਸਨੇ ਇੱਕ ਹੱਥ ਉੱਪਰ ਚੁੱਕਿਆ ਅਤੇ ਮੇਰੇ ਵੱਲ ਇਸ਼ਾਰਾ ਕੀਤਾ। Follow me, he was saying, follow me, ਉਹ ਮੈਨੂੰ ਕਹਿ ਰਿਹਾ ਸੀ ਪਿੱਛੇ ਆ ਜਾਓ, ਮੇਰਾ ਪਿੱਛਾ ਕਰੋ, follow me. He knows that I am lost, ਉਹ ਜਾਣਦਾ ਹੈ ਕਿ ਮੈਂ ਗੁੰਮ ਹੋ ਚੁੱਕਾ ਹਾਂ। I thought, ਮੈਂ ਸੋਚਿਆ। He is trying to help me, ਉਹ ਮੇਰੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। He turned his aeroplane slowly to the north, ਉਸਨੇ ਆਪਣਾ ਐਰੋਪਲੇਨ ਨਾਰਥ ਵੱਲ ਮੋੜਿਆ। In front of my Dakota, ਮੇਰੇ ਡੈਕੋਟਾ ਦੇ ਬਿਲਕੁਲ ਸਾਹਮਣੇ। So that it would be easier for me to follow him, ਤਾਂ ਕਿ ਮੇਰੇ ਲਈ ਆਸਾਨ ਹੋ ਜਾਵੇ ਉਸ ਦਾ ਪਿੱਛਾ ਕਰਨਾ। I was very happy to go behind the strange aeroplane like an obedient child, ਮੈਂ ਬਹੁਤ ਖੁਸ਼ ਸੀ ਉਸ ਦੇ ਪਿੱਛੇ ਪਿੱਛੇ ਜਾ ਕੇ ਇੱਕ ਆਗਿਆਕਾਰੀ ਬੱਚੇ ਦੀ ਤਰ੍ਹਾਂ। After half an hour, ਅੱਧੇ ਘੰਟੇ ਬਾਅਦ, the strange black aeroplane was still there in front of me in the clouds, ਅੱਧੇ ਘੰਟੇ ਬਾਅਦ ਵੀ ਉਹ ਅਜਨਬੀ ਐਰੋਪਲੇਨ ਮੇਰੇ ਸਾਹਮਣੇ ਸੀ ਕਲਾਉਡਸ ਦੇ ਵਿੱਚ। Now there was only enough fuel in the old Dakota's last tank to fly for 5 or 10 minutes more, ਹੁਣ ਕੀ ਸੀ, ਕੇਵਲ ਇੰਨਾ ਕੀ ਫਿਊਲ ਸੀ ਓਲਡ ਡੈਕੋਟਾ ਵਿੱਚ, ਉਸਦੇ ਲਾਸਟ ਫਿਊਲ ਟੈਂਕ ਦੇ ਵਿੱਚ, ਕਿ ਮੈਂ 5 ਜਾਂ 10 ਮਿੰਟ ਹੋਰ ਉੱਡ ਸਕਦਾ ਸੀ। I was starting to feel frightened again, ਮੈਂ ਦੁਬਾਰਾ ਡਰਨਾ ਸ਼ੁਰੂ ਕਰ ਦਿੱਤਾ। But then he started to go down and I followed through the storm, ਪਰ ਫਿਰ ਉਸਨੇ ਕੀ ਥੱਲੇ ਜਾਣਾ ਸ਼ੁਰੂ ਕਰ ਦਿੱਤਾ। ਜੋ ਦੂਸਰਾ ਐਰੋਪਲੇਨ ਸੀ ਉਸਨੇ ਥੱਲੇ ਜਾਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਉਸਦਾ ਪਿੱਛਾ ਕੀਤਾ ਤੂਫਾਨ ਦੇ ਵਿੱਚ। Suddenly I came out of the clouds, ਅਚਾਨਕ ਮੈਂ ਬੱਦਲਾਂ ਦੇ ਵਿੱਚੋਂ ਬਾਹਰ ਆ ਗਿਆ।
and saw two long straight lines of lights in front of me. ਅਤੇ ਦੋ ਸਿੱਧੀਆਂ ਲਾਈਨਾਂ ਦੇਖੀਆਂ, ਦੋ ਸਿੱਧੀਆਂ ਪੱਟੀਆਂ ਵੇਖੀਆਂ ਆਪਣੇ ਸਾਹਮਣੇ. It was a runway. ਇਹ ਹਵਾਈ ਪੱਟੀ ਸੀ. And aeroplane. Airport. ਇੱਕ 에ਅਰਪੋਰਟ ਸੀ. I was safe. ਮੈਂ ਹੁਣ safe ਸੀ. I turned to look for my friend in the black aeroplane. ਮੈਂ ਮੁੜਿਆ ਆਪਣੇ ਉਸ ਬਲੈਕ ਐਰੋਪਲੇਨ ਵਾਲੇ ਫਰੈਂਡ ਨੂੰ ਦੇਖਣ ਦੇ ਲਈ. But the sky was empty. ਪਰ ਆਕਾਸ਼ ਬਿਲਕੁਲ ਖਾਲੀ ਸੀ. There was nothing there. ਉੱਥੇ ਕੁਝ ਵੀ ਨਹੀਂ ਸੀ. The black aeroplane was gone. ਜੋ ਬਲੈਕ ਐਰੋਪਲੇਨ ਸੀ ਉਹ ਜਾ ਚੁੱਕਾ ਸੀ. I could not see it anywhere. ਮੈਂ ਉਸਨੂੰ ਕਿਤੇ ਵੀ ਨਾ ਦੇਖ ਸਕਿਆ. I landed and was not sorry to walk away from the old Dakota near the control tower. ਮੈਂ ਆਪਣਾ old Dakota ਲੈਂਡ ਕੀਤਾ ਅਤੇ ਮੈਂ ਇਸ ਗੱਲ ਦੇ ਪ੍ਰਤੀ ਬਿਲਕੁਲ ਵੀ ਸੌਰੀ ਨਹੀਂ ਸੀ, ਦੁਖੀ ਨਹੀਂ ਸੀ ਕਿ ਮੈਂ ਆਪਣੇ old Dakota ਤੋਂ ਥੋੜਾ ਜਿਹਾ ਦੂਰ ਕੰਟਰੋਲ ਟਾਵਰ ਵੱਲ ਜਾ ਰਿਹਾ ਸੀ, old Dakota ਨੂੰ ਇਕੱਲੇ ਛੱਡ ਕੇ. I went and asked a woman in the ਕੰਟਰੋਲ ਸੈਂਟਰ ਵੇਅਰ ਆਈ ਵਾਜ਼. ਮੈਂ ਕੰਟਰੋਲ ਸੈਂਟਰ ਵੱਲ ਗਿਆ ਅਤੇ ਉੱਥੇ ਇੱਕ ਔਰਤ ਤੋਂ ਪੁੱਛਿਆ ਕਿ ਮੈਂ ਕਿੱਥੇ ਸੀ. ਐਂਡ ਹੂ ਦਾ ਅਦਰ ਪਾਇਲਟ ਵਾਜ਼. ਅਤੇ ਦੂਸਰਾ ਪਾਇਲਟ ਕੌਣ ਸੀ. ਆਈ ਵਾਂਟਡ ਟੂ ਸੇ ਥੈਂਕ ਯੂ. ਮੈਂ ਉਸਨੂੰ ਥੈਂਕ ਯੂ ਕਹਿਣਾ ਚਾਹੁੰਦਾ ਸੀ. ਸ਼ੀ ਲੁਕਡ ਐਟ ਮੀ ਵੈਰੀ ਸਟ੍ਰੇਂਜਲੀ. ਉਸਨੇ ਮੇਰੇ ਵੱਲ ਬਹੁਤ ਸਟ੍ਰੇਂਜਲੀ ਤਰੀਕੇ ਨਾਲ, ਅਦਭੁਤ ਤਰੀਕੇ ਨਾਲ ਵੇਖਿਆ. ਐਂਡ ਦੈਨ ਲਾਫਡ. ਅਤੇ ਫਿਰ ਉਹ ਹੱਸੀ. Another aeroplane. ਹੋਰ aeroplane. Up there in the storm. ਤੂਫਾਨ ਵਿੱਚ ਉੱਪਰ ਹੋਰ aeroplane. No other aeroplane were flying tonight. ਹੋਰ ਕੋਈ ਵੀ aeroplane ਨਹੀਂ ਉੱਡ ਰਿਹਾ ਸੀ ਅੱਜ ਰਾਤ. Yours was the only one I could see on the radar. ਤੁਹਾਡਾ ਹੀ ਇਕੱਲਾ ਸੀ ਜੋ ਮੈਂ ਰੈਡਾਰ ਦੇ ਉੱਪਰ ਦੇਖ ਸਕਦੀ ਸੀ. So who helped me? ਤਾਂ ਕਿਸਨੇ ਮੇਰੀ ਸਹਾਇਤਾ ਕੀਤੀ? To arrive there safely without a compass or a radio. ਇੱਥੇ ਸੇਫਲੀ ਆਉਣ ਦੇ ਵਿੱਚ ਬਿਨਾਂ ਕਿਸੇ ਕੰਪਸ ਤੋਂ ਜਾਂ ਰੇਡੀਓ ਤੋਂ. ਐਂਡ ਵਿਦਆਊਟ ਐਨੀ ਮੋਰ ਫਿਊਲ ਇਨ ਮਾਈ ਟੈਂਕਸ. ਅਤੇ ਬਿਨਾਂ ਹੋਰ ਫਿਊਲ ਦੇ ਮੇਰੇ ਟੈਂਕਸ ਦੇ ਵਿੱਚ. ਹੂ ਵਾਜ਼ ਦਾ ਪਾਇਲਟ ਔਨ ਦਾ ਸਟ੍ਰੇਂਜ ਬਲੈਕ ਐਰੋਪਲੇਨ. ਕੌਣ ਸੀ ਪਾਇਲਟ ਉਸ ਸਟ੍ਰੇਂਜ ਬਲੈਕ ਐਰੋਪਲੇਨ ਦੇ ਵਿੱਚ ਫਲਾਈਂਗ ਇਨ ਦਾ ਸਟਾਰਮ, ਜੋ ਤੂਫਾਨ ਦੇ ਵਿੱਚ ਉੱਡ ਰਿਹਾ ਸੀ, ਵਿਦਆਊਟ ਲਾਈਟਸ, ਬਿਨਾਂ ਲਾਈਟਾਂ ਤੋਂ. ਇਸ ਤਰ੍ਹਾਂ ਨਰੇਟਰ ਨੇ ਉਸ ਕੰਟਰੋਲ ਸੈਂਟਰ ਦੇ ਵਿੱਚ ਜੋ ਲੇਡੀ ਸੀ ਉਸ ਤੋਂ ਪੁੱਛਿਆ. ਇੱਥੇ ਸਟੂਡੈਂਟਸ ਇਹ ਚੈਪਟਰ ਖਤਮ ਹੁੰਦਾ ਹੈ ਤੇ ਇਸ ਚੈਪਟਰ ਵਿੱਚ ਜੋ ਇੰਪੋਰਟੈਂਟ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਹਨ ਉਹ ਇਹ ਹੋ ਸਕਦਾ ਹੈ ਕਿ ਡਿਸਕ੍ਰਾਈਬ ਦਾ ਐਕਸਪੀਰੀਅੰਸ ਆਫ ਦਾ ਪਾਇਲਟ ਆਫ ਡੈਕੋਟਾ ਇਨ ਦਾ ਬਲੈਕ ਕਲਾਉਡਸ. ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ. ਅਤੇ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਹੂ ਡੂ ਯੂ ਥਿੰਕ, ਤੁਸੀਂ ਕੀ ਸੋਚਦੇ ਹੋ ਕਿ ਉਹ ਕੌਣ ਸੀ ਹੂ ਹੈਲਪ ਦਾ ਨੈਰੇਟਰ, ਜਿਸਨੇ ਨੈਰੇਟਰ ਦੀ ਸਹਾਇਤਾ ਕੀਤੀ. I hope you have understood this story. If you liked it, then don't forget to subscribe to my channel and click the like button. Thanks.